ਖਾਲਿਸਤਾਨ ਦੀ ਮੰਗ ਹੁਣ ਵੀ ਉੱਠ ਰਹੀ ਹੈ। ਕਈ ਜਥੇਬੰਦੀਆਂ ਅਜਿਹੀਆਂ ਨੇ ਕਿ ਖਾਲਿਸਤਾਨ ਚਾਹੁੰਦੀਆਂ ਨੇ ਕਿ ਸੰਤ ਭਿੰਡਰਾਂ ਵੀ ਚਾਹੁੰਦੇ ਸਨ ਕਿ ਖਾਲਿਸਤਾਨ ਬਣੇ। ਉਹਨਾਂ ਦਾ ਇਹ ਵੀ ਸ਼ਬਦ ਸੀ, ਜੇ ਅਕਾਲ ਤਖਤ ਸਾਹਿਬ ਤੇ ਦਰਬਾਰ ਸਾਹਿਬ ਤੇ ਅਟੈਕ ਹੋ ਗਿਆ ਫਿਰ ਸਮਝੋ ਵੀ ਖਾਲਿਸਤਾਨ ਦੀ ਨੀਂਹ ਰੱਖੀ ਜਾਏਗੀ। ਸੰਤਾਂ ਨੂੰ ਪੁੱਛਿਆ ਕਈ ਵਾਰ, ਕਹਿੰਦੇ ਅਸੀਂ ਮੰਗਦੇ ਤਾਂ ਨਹੀਂ ਹਾਂ ਖਾਲਿਸਤਾਨ, ਜੇ ਦੇ ਦੇਣਗੇ ਤੇ 47 ਵਾਲੀ ਗਲਤੀ ਨਹੀਂ ਕਰਾਂਗੇ। ਐਸਜੀਪੀਸੀ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਸਰੂਪ ਦਰਸ਼ਨਾਂ ਵਾਸਤੇ ਰੱਖਿਆ ਗਿਆ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ, ਜੋ ਨੁਕਸਾਨਿਆ ਗਿਆ ਸੀਗਾ ਜਦੋਂ ਸ਼੍ਰੀ ਦਰਬਾਰ ਸਾਹਿਬ ਜੀ ਉੱਤੇ ਹਮਲਾ ਹੁੰਦਾ। ਕੀ ਕਾਰਨ ਹੈ ਵੀ ਇੰਨੇ ਸਾਲਾਂ ਬਾਅਦ ਉਸ ਨੂੰ ਦਰਸ਼ਨਾਂ ਲਈ ਰੱਖਿਆ ਗਿਆ, ਉਸ ਤੋਂ ਪਹਿਲਾਂ ਕਿਉਂ ਨਹੀਂ ਯਾਦ ਹੈ? ਆਮ ਜਿਹੜੀ ਚਰਚਾ ਚੱਲ ਰਹੀ ਵੀ ਰਾਜਨੀਤਿਕ ਸਟੰਟ ਹੀ ਹੈ। ਜਿਹੜੇ ਰਾਜਨੀਤਿਕ ਲੋਕ ਹੁੰਦੇ ਨੇ ਨਾ, ਉਹਨਾਂ ਦੀ ਮਨਸ਼ਾ ਨਹੀਂ ਹੁੰਦੀ ਕਿ ਇਹ ਜਿਹੜੇ ਲੋਕ ਜਾਗਰਤ ਹੋਣ। 1 ਜੂਨ ਨੂੰ ਗੋਲੀਆਂ ਵੱਜੀ, ਇਹਨਾਂ ਨੇ ਹਰਿਮੰਦਰ ਸਾਹਿਬ ਵੀ ਗੋਲੀਆਂ ਵੱਜੀਆਂ ਸਨ, ਸੀਆਰਪੀ ਨੇ ਚਲਾਈਆਂ ਸੀ, ਸਿੱਖ ਵੀ ਸ਼ਹੀਦ ਹੋਏ, ਪਰ ਆਪਣੇ ਵੱਲੋਂ ਕੋਈ ਗੋਲੀ ਨਹੀਂ ਸੀ ਚੱਲੀ ਉੱਧਰੋਂ। ਕਾਂਗਰਸ ਦੀ ਗੱਲ ਕੀਤੀ ਜਾਵੇ ਤਾਂ ਕਾਂਗਰਸ ਵੱਲੋਂ ਆਪਣੇ ਵਿਧਾਇਕਾਂ ਦੇ ਰਿਸ਼ਤੇਦਾਰਾਂ ਪੁੱਤਰਾਂ ਨੂੰ ਨੌਕਰੀਆਂ ਦਿੱਤੀਆਂ ਜਾ ਰਹੀਆਂ ਨੇ, ਵੱਡੇ ਮੁਆਵਜ਼ੇ ਦਿੱਤੇ ਜਾ ਰਹੇ ਨੇ। ਸਿੱਖ ਕੌਮ ਨੂੰ ਸਰਕਾਰਾਂ ਨੇ ਕਦੇ ਕੁਝ ਦਿੱਤਾ ਹੈ? ਕਈ ਵਿਚਾਰੇ ਦਿਹਾੜੀਆਂ ਕਰਕੇ ਗੁਜ਼ਾਰਾ ਕਰ ਰਹੇ ਨੇ, ਕਈ ਜਾਂਦਾ ਕਿਸ ਤਰ੍ਹਾਂ, ਕਿਸੇ ਦਾ ਬਹੁਤ ਦੁਖੀ ਨੇ, ਕਿਸੇ ਦੀ ਕੋਈ ਸੁਣਵਾਈ ਨਹੀਂ। ਅਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਕੀਤੀ ਜਾਵੇ ਤਾਂ ਸੰਤ ਉਹਦੇ ਹੱਕ ਦੇ ਵਿੱਚ ਸੀ ਕਿ ਲਾਗੂ ਕੀਤਾ ਜਾਵੇ ਅਨੰਦਪੁਰ ਸਾਹਿਬ ਦਾ ਮਤਾ। ਧੱਕਾ ਸਿੱਖਾਂ ਨਾਲ ਬਹੁਤ ਹੋ ਰਿਹਾ ਸੀ, ਸਿੱਖਾਂ ਨਾਲ ਕੀਤੇ ਗਏ ਵਾਅਦੇ ਕੋਈ ਪੂਰੇ ਨਹੀਂ ਸੀ ਹੋ ਰਹੇ। ਪੰਜਾਬ ਦੇ ਨਾਲ ਬਿਜਲੀ ਦਾ ਧੱਕਾ, ਪਾਣੀਆਂ ਦਾ ਧੱਕਾ, ਹੋਰ ਸਟੇਟਾਂ ਦਾ ਜਿਵੇਂ ਖੁਦ ਮੁਖਤਿਆਰੀ, ਇਹ ਸਾਰਾ ਕੁਝ ਸੀ ਜਿਹੜਾ ਇਹ ਸੈਂਟਰ ਨੇ ਆਪਣੇ ਕੋਲ ਰੱਖਿਆ ਹੋਇਆ ਸੀ। ਉਹ ਇਕੱਲੇ ਪੰਜਾਬ ਦਾ ਨਹੀਂ, ਉਹ ਸਾਰੀਆਂ ਸਟੇਟਾਂ ਵਾਸਤੇ ਸੀ। ਫਿਰ ਜਿਹੜੇ ਸੀ ਨਾ ਲੀਡਰ ਡੋਲਣ ਲੱਗ ਪਏ ਸੀ ਅਨੰਦਪੁਰ ਮਤੇ ਤੋਂ ਕੁਝ ਲੈ ਦੇ ਕੇ, ਜਿਵੇਂ ਹੁਣ ਕਿਸਾਨਾਂ ਦੇ ਨਾਲ ਚੱਲ ਰਿਹਾ ਵੀ ਆਹ ਵੀ ਕੱਢ ਲੈਂਦੇ, ਐਂ ਕਰ ਲੈਂਦੇ, ਆਉਂ ਕਰ ਲੈਂਦੇ, ਐਂ ਕਰ ਲੈਂਦੇ ਆ। ਇਸੇ ਤਰ੍ਹਾਂ ਉਦੋਂ ਵੀ ਆਹ ਛੱਡ ਦਿਓ, ਆਹ ਰੱਖ ਲਓ, ਆਹ ਛੱਡ ਦਿਓ। ਸਤਿ ਸ਼੍ਰੀ ਅਕਾਲ। D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ। ਜੂਨ 1984 ਕੋਈ ਨਹੀਂ ਭੁੱਲ ਸਕਦਾ। ਇਹਨਾਂ ਦਿਨਾਂ ਨੂੰ ਹਰ ਸਾਲ ਸਮਾਗਮ ਕੀਤੇ ਜਾਂਦੇ ਨੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਸਮਾਗਮ ਕੀਤੇ ਜਾਂਦੇ ਨੇ, ਪਰ ਜਿਹੜੇ ਸਿੱਖ ਮਨਾਂ ਦੇ ਵਿੱਚ ਟੀਸ ਹੈ ਉਹ ਕਦੇ ਨਹੀਂ ਨਿਕਲ ਸਕਦੀ। ਅਜੇ ਵੀ ਕਿਹਾ ਜਾ ਰਿਹਾ ਹੈ ਕਿ ਸਿੱਖ ਕੌਮ ਨੂੰ ਅਜੇ ਤੱਕ ਇਨਸਾਫ ਨਹੀਂ ਮਿਲਿਆ। ਸ਼੍ਰੀ ਦਰਬਾਰ ਸਾਹਿਬ ਦੇ ਉੱਤੇ ਹਮਲਾ ਹੁੰਦਾ ਹੈ, ਉਸ ਹਮਲੇ ਦੇ ਵਿੱਚ ਕਾਫੀ ਵੱਡਾ ਨੁਕਸਾਨ ਹੁੰਦਾ ਹੈ, ਜਾਨੀ ਤੇ ਮਾਲੀ ਨੁਕਸਾਨ ਵੀ ਹੁੰਦਾ ਹੈ। ਇਹ ਸਾਰੇ ਬਰਤਾਂਤ ਨੂੰ ਦੇਖਣ ਵਾਲੇ, ਬਿਲਕੁਲ ਨੇੜਿਓਂ ਦੇਖਣ ਵਾਲੀ ਸ਼ਖਸੀਅਤ ਅੱਜ ਸਾਡੇ ਨਾਲ ਮੌਜੂਦ ਨੇ, ਬਾਬਾ ਮਨਮੋਹਨ ਸਿੰਘ ਜੀ ਬਾਰਨਵਾਲੇ। ਬਾਬਾ ਜੀ ਸਵਾਗਤ ਹੈ ਤੁਹਾਡਾ। ਸਤਿ ਸ੍ਰੀ ਅਕਾਲ। ਤੁਸੀਂ ਸ਼੍ਰੀ ਦਰਬਾਰ ਸਾਹਿਬ ਦੇ ਉੱਤੇ ਹਮਲਾ ਹੋਇਆ ਉਸ ਸਮੇਂ ਦੇ ਸਾਰੇ ਬਰਤਾਂਤ ਨੂੰ ਆਪਣੇ ਅੱਖੀਂ ਦੇਖਿਆ, ਹੰਢਾਇਆ ਵੀ ਉਸ ਸਾਰੇ ਸੰਤਾਪ ਨੂੰ ਕਿ ਕਿਸ ਤਰ੍ਹਾਂ ਦਾ ਮਾਹੌਲ ਸੀ। ਕੀ ਕਾਰਨ ਸੀਗੇ ਕਿ ਅਜਿਹਾ ਕਰਨ ਦੀ ਲੋੜ ਪੈ ਗਈ ਸਰਕਾਰ ਨੂੰ, ਜਾਂ ਜਿਸ ਨੇ ਕੀਤਾ ਕਿਉਂ ਕੀਤਾ ਗਿਆ ਤੇ ਕਿਹੋ ਜਿਹਾ ਮੰਜ਼ਰ ਸੀ ਉਸ ਵੇਲੇ? ਕਰਨ ਦੀ ਲੋੜ ਤਾਂ ਪਈ, ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮਹਾਂਪੁਰਖ ਜੀ ਇੱਕ ਐਸੇ ਵਾਹਦ ਪ੍ਰਚਾਰਕ ਸਨ ਜਿਨ੍ਹਾਂ ਦੇ ਅੰਦਰ ਸਿੱਖਾਂ ਦਾ ਬਹੁਤ ਵੱਡਾ ਦਰਦ ਸੀ। ਪਹਿਲਾਂ ਤਾਂ ਮਨੁੱਖਤਾ ਦਾ ਦਰਦ ਸੀ ਉਹਨਾਂ ਦੇ ਅੰਦਰ, ਸਮੁੱਚੀ ਮਨੁੱਖਤਾ ਦਾ। ਉਹਦੇ ਨਾਲ ਨਾਲ ਫਿਰ ਸਿੱਖਾਂ ਦਾ, ਕਿਉਂਕਿ ਧੱਕਾ ਸਿੱਖਾਂ ਨਾਲ ਬਹੁਤ ਹੋ ਰਿਹਾ ਸੀ। ਸਿੱਖਾਂ ਨਾਲ ਕੀਤੇ ਗਏ ਵਾਅਦੇ ਕੋਈ ਪੂਰੇ ਨਹੀਂ ਸੀ ਹੋ ਰਹੇ। ਸਿੱਖਾਂ ਨੂੰ ਜਾਗਰਤ ਕਰ ਰਹੇ ਸਨ, ਸਿੱਖਾਂ ਨੂੰ ਸਿੱਖੀ ਬਾਰੇ ਪੂਰਾ ਪ੍ਰੇਰ ਰਹੇ ਸਨ ਜੀ। ਉਹਦੇ ਵਿੱਚ ਇੱਕ ਦਿਨ 'ਚ ਬੜੇ ਬੜੇ ਅੰਮ੍ਰਿਤ ਸੰਚਾਰ ਕਰਨੇ ਤੇ ਸਿੱਖਾਂ ਨੂੰ ਗੁਰੂ ਦੇ ਲੜ ਲਾਉਣਾ, ਨਸ਼ੇ ਛਡਾਉਣੇ। ਜਿਹੜੇ ਰਾਜਨੀਤਿਕ ਲੋਕ ਹੁੰਦੇ ਨੇ ਨਾ, ਉਹਨਾਂ ਦੀ ਮਨਸ਼ਾ ਨਹੀਂ ਹੁੰਦੀ ਕਿ ਇਹ ਜਿਹੜੇ ਲੋਕ ਜਾਗਰਤ ਹੋਣ। ਉਹਨਾਂ ਦਾ ਸਿਰਫ ਵੋਟ ਤੱਕ ਹੀ ਹੁੰਦਾ ਉਹਨਾਂ ਨੂੰ, ਬਾਕੀ ਸੋਝੀ ਬਹੁਤੀ ਨਾ ਆਵੇ ਕਿਸੇ ਨੂੰ ਨਾ, ਇਹ ਨਹੀਂ ਚਾਹੁੰਦੇ ਹੁੰਦੇ। ਇਸ ਕਰਕੇ ਨਹੀਂ ਸੀ ਚਾਹੁੰਦੇ ਜਿਹੜੇ ਰਾਜਨੀਤਿਕ ਲੋਕ ਸਨ, ਖਾਸ ਕਰਕੇ ਉਹਦੇ ਇੰਦਰਾ ਗਾਂਧੀ, ਉਹ ਨਹੀਂ ਸੀ ਚਾਹੁੰਦੇ ਕਿ ਜਾਗਰਤ ਹੋਣ। ਉਹ ਰੋਕਣ ਵਾਸਤੇ ਇਹਨਾਂ ਨੇ ਸਾਰਾ ਕੁਝ ਕੀਤਾ ਵੀ ਸੰਤ ਜੀ ਪ੍ਰਚਾਰ ਬਹੁਤ ਕਰ ਰਹੇ ਨੇ, ਲੋਕ ਜਾਗਰਤ ਹੋ ਕੇ ਫਿਰ ਸਾਡੀ ਪੁੱਛਗਿੱਛ ਘੱਟ ਜਾਣੀ ਹੈ ਜੀ। ਤੇ ਸੰਤ ਬਾਬਾ ਜਰਨੈਲ ਸਿੰਘ ਜੀ ਦੇ ਭਿੰਡਰਾਂਵਾਲਿਆਂ ਦੇ ਨਾਲ ਤੁਸੀਂ ਰਹੇ ਹੋ, ਉਹਨਾਂ ਦਾ ਕਿਹੋ ਜਿਹਾ ਵਿਵਹਾਰ ਹੁੰਦਾ ਸੀ, ਕਿਹੋ ਜਿਹੀ ਸ਼ਖਸੀਅਤ ਦੇ ਮਾਲਕ ਸੀ, ਤੇ ਕਿੰਨਾ ਸਮਾਂ ਤੁਸੀਂ ਉਹਨਾਂ ਦੇ ਨਾਲ ਰਹੇ? ਮੈਂ ਉਹਨਾਂ ਨਾਲ 78 ਤੋਂ ਲੈ ਕੇ 84 ਤੱਕ ਜੀ 6 ਸਾਲ
ਉਹਨਾਂ ਦੇ ਨਾਲ ਰਿਹਾ। ਉਹਨਾਂ ਦੀ ਸ਼ਖਸੀਅਤ ਜਿਹੜੀ ਸੀ ਨਾ, ਆਪਾਂ ਦੂਜਾ ਰੱਬ ਕਹਿ ਸਕਦੇ ਹਾਂ। ਕਿਸੇ ਨਾਲ ਕੋਈ ਵੈਰ ਨਹੀਂ ਜੀ। ਉਹਨਾਂ ਦੀ ਇਹ ਸੀ, ਭੈ ਕਾਹੂ ਕੋ ਦੇਤ ਨਹਿ ਨਹਿ ਪੈ ਮਾਨਤ ਆਣ। ਨਾ ਕਿਸੇ ਕੋਲੋਂ ਡਰਨਾ ਤੇ ਨਾ ਕਿਸੇ ਨੂੰ ਡਰਾਉਣਾ। ਜੋ ਸੀ ਉਹਨਾਂ ਦੇ ਅੰਦਰ ਵੀ ਉਹੀ ਸੀ ਤੇ ਬਾਹਰ ਵੀ ਉਹੀ ਸੀ। ਉਹ ਐਡੀ ਮਹਾਨ ਸ਼ਖਸੀਅਤ ਸਨ ਵੀ ਉਹਨਾਂ ਨੇ ਸੱਚ ਦਾ ਰਸਤਾ ਅਖਤਿਆਰ ਕੀਤਾ, ਕੇਵਲ ਸੱਚ ਤੇ ਚੱਲਦੇ ਸਨ ਤੇ ਸੱਚ ਜਿਹੜਾ ਝੂਠ ਨੂੰ ਚੰਗਾ ਨਹੀਂ ਲੱਗਦਾ। ਬਿਲਕੁਲ। ਤੇ ਨਾਲ ਹੀ ਖਾਲਿਸਤਾਨ ਦੀ ਮੰਗ ਹੁਣ ਵੀ ਉੱਠ ਰਹੀ ਹੈ। ਕਈ ਜਥੇਬੰਦੀਆਂ ਅਜਿਹੀਆਂ ਨੇ ਕਿ ਖਾਲਿਸਤਾਨ ਚਾਹੁੰਦੀਆਂ ਨੇ, ਕਿ ਸੰਤ ਭਿੰਡਰਾਂਵਾਲੇ ਵੀ ਚਾਹੁੰਦੇ ਸਨ ਕਿ ਖਾਲਿਸਤਾਨ ਬਣੇ। ਸੰਤਾਂ ਨੂੰ ਪੁੱਛਿਆ ਕਈ ਵਾਰ, ਕਹਿੰਦੇ ਅਸੀਂ ਮੰਗਦੇ ਤਾਂ ਨਹੀਂ ਹਾਂ ਖਾਲਿਸਤਾਨ, ਜੇ ਦੇ ਦੇਣਗੇ ਤੇ 47 ਵਾਲੀ ਗਲਤੀ ਨਹੀਂ ਕਰਾਂਗੇ ਜੀ, ਅਸੀਂ ਲੈ ਲਵਾਂਗੇ ਜੇ ਦੇਣਗੇ ਤਾਂ। ਫਿਰ ਉਹਨਾਂ ਦਾ ਇਹ ਵੀ ਸ਼ਬਦ ਸੀ, ਜੇ ਅਕਾਲ ਤਖਤ ਸਾਹਿਬ ਤੇ ਦਰਬਾਰ ਸਾਹਿਬ ਤੇ ਅਟੈਕ ਹੋ ਗਿਆ ਫਿਰ ਸਮਝੋ ਵੀ ਖਾਲਿਸਤਾਨ ਦੀ ਨੀਂਹ ਰੱਖੀ ਜਾਏਗੀ ਜੀ। ਉਹਨਾਂ ਨੇ ਮੰਗਿਆ ਨਹੀਂ ਸੀ ਕਦੇ। ਉਹਨਾਂ ਦੇ ਜਿਹੜੇ ਹੂ ਸ਼ਬਦ ਇਹ ਸਨ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਜੀ। ਤੇ ਅਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਕੀਤੀ ਜਾਵੇ ਤਾਂ ਸੰਤ ਉਹਦੇ ਹੱਕ ਦੇ ਵਿੱਚ ਸੀ ਕਿ ਲਾਗੂ ਕੀਤਾ ਜਾਵੇ ਅਨੰਦਪੁਰ ਸਾਹਿਬ ਦਾ ਮਤਾ? ਬਿਲਕੁਲ, ਸੰਤ ਉਹਨਾਂ ਦੇ ਹੱਕ ਵਿੱਚ ਸੀ, ਕਿਉਂਕਿ ਪੰਜਾਬ ਦੇ ਨਾਲ ਬਿਜਲੀ ਦਾ ਧੱਕਾ, ਪਾਣੀਆਂ ਦਾ ਧੱਕਾ, ਹੋਰ ਸਟੇਟਾਂ ਦਾ ਜਿਵੇਂ ਖੁਦ ਮੁਖਤਿਆਰੀ, ਇਹ ਸਾਰਾ ਕੁਝ ਸੀ ਜਿਹੜਾ ਇਹ ਸੈਂਟਰ ਨੇ ਆਪਣੇ ਕੋਲ ਰੱਖਿਆ ਹੋਇਆ ਸੀ। ਉਹ ਇਕੱਲੇ ਪੰਜਾਬ ਦਾ ਨਹੀਂ, ਉਹ ਸਾਰੀਆਂ ਸਟੇਟਾਂ ਵਾਸਤੇ ਸੀ। ਤੇ ਜਿਹੜਾ ਸਾਡਾ ਸੀ ਆਪਣਾ ਸਿੱਖਾਂ ਦਾ, ਇਹ ਜਿਹੜੇ ਸਾਡੇ ਨਾਲ 47 'ਚ ਕੀਤੇ ਵਾਅਦੇ ਸਨ ਵੀ ਤੁਹਾਨੂੰ ਇੱਕ ਖਿੱਤਾ ਦਿੱਤਾ ਜਾਏਗਾ, ਖੁਦ ਮੁਖਤਿਆਰੀ ਨਾਲ ਤੁਸੀਂ ਆਪਣੇ ਫੈਸਲੇ ਆਪ ਕਰੋਗੇ, ਆਪਣਾ ਸਾਰਾ ਕੁਝ ਕਰੋਗੇ। ਤੇ ਉਹ ਜਿਹੜੀ ਸੀ ਨਾ, ਉਹ ਗੱਲ ਸੰਤ ਯਾਦ ਕਰਾਉਂਦੇ ਸਨ ਤੇ ਅਨੰਦਪੁਰ ਦੇ ਮਤੇ ਵਿੱਚ ਸਾਰਾ ਕੁਝ ਸੀ। ਤੇ ਇਸ ਕਰਕੇ ਅਨੰਦਪੁਰ ਮਤੇ ਦੀ ਗੱਲ ਸੰਤ ਕਹਿੰਦੇ ਵੀ ਅਨੰਦਪੁਰ ਦੇ ਮਤੇ ਤੋਂ ਜਦੋਂ ਅਰਦਾਸ ਕਰਕੇ ਮੋਰਚਾ ਸ਼ੁਰੂ ਹੋਇਆ ਨਾ, ਤੇ ਉਸ ਸਮੇਂ ਇਹ ਅਨੰਦਪੁਰ ਸਾਹਿਬ ਦੇ ਮਤੇ ਨੂੰ ਲੈ ਕੇ ਸ਼ੁਰੂ ਹੋਇਆ। ਬੇਸ਼ੱਕ ਪਹਿਲੀ ਗ੍ਰਿਫਤਾਰੀ ਪ੍ਰਕਾਸ਼ ਸਿੰਘ ਬਾਦਲ ਜੀ ਨੇ ਦਿੱਤੀ ਹੈ 4 ਅਗਸਤ 1983 ਨੂੰ, ਤੇ ਪਰ ਜਦੋਂ ਫਿਰ ਜਿਹੜੇ ਸੀ ਨਾ ਲੀਡਰ ਡੋਲਣ ਲੱਗ ਪਏ ਸੀ ਜੀ ਅਨੰਦਪੁਰ ਮਤੇ ਤੋਂ ਕੁਝ ਲੈ ਦੇ ਕੇ, ਜਿਵੇਂ ਹੁਣ ਕਿਸਾਨਾਂ ਦੇ ਨਾਲ ਚੱਲ ਰਿਹਾ ਵੀ ਆਹ ਵੀ ਕੱਢ ਲੈਂਦੇ, ਐਂ ਕਰ ਲੈਂਦੇ, ਆਉਂ ਕਰ ਲੈਂਦੇ, ਐਂ ਕਰ ਲੈਂਦੇ ਆ। ਇਸੇ ਤਰ੍ਹਾਂ ਉਦੋਂ ਵੀ ਆਹ ਛੱਡ ਦਿਓ, ਆਹ ਰੱਖ ਲਓ, ਆਹ ਛੱਡ ਦਿਓ, ਤੇ ਇਹ ਕਰ ਲਓ ਤੇ ਤੁਹਾਨੂੰ ਤੁਸੀਂ ਆਪਣਾ ਬਣਾ ਲਓ। ਤੇ ਜਿਹੜੇ ਸੀ ਲੀਡਰ, ਸਾਡੇ ਸਿੱਖ ਲੀਡਰ, ਉਹਨਾਂ ਦੀ ਇੱਛਾ ਸੀ ਵੀ ਕਿਸੇ ਢੰਗ ਨਾਲ, ਕਿਉਂਕਿ ਹੁਣ ਉਹਨਾਂ ਦਾ ਇੰਨਾ ਪ੍ਰਭਾਵ ਬਣ ਚੁੱਕਾ ਸੀ ਉਹਨਾਂ ਉੱਤੇ, ਸਰਕਾਰ ਸੈਂਟਰ ਕੁਝ ਵੀ ਕਰਨ ਨੂੰ ਤਿਆਰ ਸੀ, ਹੈ ਨਾ। ਤੇ ਇਹਨਾਂ ਦਾ ਇੱਥੇ ਤੱਕ ਸੀ ਵੀ ਥੋੜ੍ਹਾ ਬਹੁਤਾ ਲੈ ਦੇ ਕੇ ਤੇ ਆਪਾਂ ਆਪਣੀ ਸਰਕਾਰ ਬਣਾ ਲਈਏ ਜੀ। ਤੇ ਸੰਤਾਂ ਦੀ ਇੱਕੋ ਗੱਲ ਸੀ, ਭਾਈ ਜਿਹੜਾ ਆਪਾਂ ਅਰਦਾਸ ਕੀਤੀ ਹੈ ਨਾ ਅਨੰਦਪੁਰ ਸਾਹਿਬ ਦੇ ਮਤੇ ਦੀ, ਉਸ ਤੋਂ ਘੱਟ ਅਸੀਂ ਨਹੀਂ ਲੈਣਾ। ਜੇ ਘੱਟ ਲਾਓਗੇ ਤੇ ਫਿਰ ਮੈਂ ਸੰਗਤ ਨੂੰ ਦੱਸ ਦੇਣਾ, ਉੱਦਾਂ ਮੈਨੂੰ ਕਿਤੇ ਜਾਣ ਦੀ ਲੋੜ ਨਹੀਂ, ਕਿਤੇ ਆਉਣ ਦੀ ਲੋੜ ਨਹੀਂ, ਮੈਨੂੰ ਦੱਸਣ ਦੀ ਲੋੜ ਨਹੀਂ। ਅਨੰਦਪੁਰ ਦਾ ਮਤਾ ਪੂਰੇ ਦਾ ਪੂਰਾ ਲੈ ਆਓ ਤੇ ਆਪਣਾ ਰਾਜ ਭਾਗ ਕਰੋ, ਜੋ ਮਰਜ਼ੀ ਕਰੋ, ਮੈਨੂੰ ਤਾਂ ਕੁਛ ਚਾਹੀਦਾ ਨਹੀਂ। ਤੇ ਇਸ ਕਰਕੇ ਇਹ ਅਨੰਦਪੁਰ ਸਾਹਿਬ ਦੇ ਮਤੇ ਦੀ ਜੇ ਉਦੋਂ ਕਿਤੇ ਮੰਨ ਲੈਂਦੇ ਤੇ ਅੱਜ ਸਾਨੂੰ ਦਿੱਲੀ ਦੇ ਸੜਕਾਂ ਤੇ ਨਹੀਂ ਸੀ ਰੁੜਨਾ ਪੈਣਾ। ਉਸ ਸਮੇਂ ਹਾਲਾਤ ਇਹੋ ਜਿਹੇ ਹੋ ਚੁੱਕੇ ਸਨ, ਐਨ ਪੀਕ ਤੇ ਪਹੁੰਚਿਆ ਸੀ ਮੋਰਚਾ, ਉਦੋਂ ਮੰਨਣ ਨੂੰ ਤਿਆਰ ਸਨ ਸਾਰਾ ਕੁਝ ਜੀ। ਤੇ ਹੁਣ SGPC ਵੱਲੋਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ, ਇੱਕ ਸਰੂਪ ਦਰਸ਼ਨਾਂ ਵਾਸਤੇ ਰੱਖਿਆ ਗਿਆ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ, ਜੋ ਨੁਕਸਾਨਿਆ ਗਿਆ ਸੀਗਾ ਜਦੋਂ ਸ਼੍ਰੀ ਦਰਬਾਰ ਸਾਹਿਬ ਜੀ ਉੱਤੇ ਹਮਲਾ ਹੁੰਦਾ ਹੈ। ਕੀ ਕਾਰਨ ਹੈ ਵੀ ਇੰਨੇ ਸਾਲਾਂ ਬਾਅਦ ਉਸ ਨੂੰ ਦਰਸ਼ਨਾਂ ਲਈ ਰੱਖਿਆ ਗਿਆ? ਉਸ ਤੋਂ ਪਹਿਲਾਂ ਕਿਉਂ ਨਹੀਂ ਯਾਦ ਆਈ? ਅਸਲ ਵਿੱਚ ਇਹਦੀ ਮਨਸ਼ਾ ਤੇ ਇਹਨਾਂ ਦੇ ਪਿੱਛੇ ਕੀ ਹੈ ਉਹ ਹੀ ਦੱਸ ਸਕਦੇ ਨੇ। ਤੇ ਆਮ ਜਿਹੜੀ ਚਰਚਾ ਚੱਲ ਰਹੀ ਹੈ ਵੀ ਇਹ ਰਾਜਨੀਤਿਕ ਸਟੰਟ ਹੀ ਹੈ ਜੀ, ਹੈ ਨਾ। ਤੇ ਪਰ ਰਾਜਨੀਤੀ ਨੂੰ ਮੁੱਖ ਨਹੀਂ ਰੱਖਣਾ ਚਾਹੀਦਾ, ਮੁੱਖ ਰੱਖਣਾ ਚਾਹੀਦਾ ਧਰਮ ਨੂੰ। ਸੰਤ ਬਾਬਾ ਜਰਨੈਲ ਸਿੰਘ ਨੂੰ ਕਿਸੇ ਨੇ ਕਿਹਾ ਸੀ ਵੀ ਤੁਸੀਂ ਰਾਜਨੀਤੀ ਤੁਹਾਨੂੰ ਨਹੀਂ ਆਉਣਾ ਚਾਹੀਦਾ, ਕਹਿੰਦੇ ਨਹੀਂ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਭਗਤੀ ਤੇ ਅਕਾਲ ਤਖਤ ਸਾਹਿਬ ਸ਼ਕਤੀ ਜੀ। ਭਗਤੀ ਤੇ ਸ਼ਕਤੀ ਸਿੱਖਾਂ ਦੀ, ਦੋਵੇਂ ਸਿੱਖਾਂ ਦੀ ਨਹੀਂ, ਲਗਭਗ ਸਾਰਿਆਂ ਦੀ ਚੱਲੀ ਆ ਰਹੀ ਆ ਜੀ। ਜੇ ਸ਼੍ਰੀ ਰਾਮਚੰਦਰ ਜੀ ਇੱਕ ਪਾਸੇ ਅਵਤਾਰ ਨੇ, ਦੂਜੇ ਪਾਸੇ ਰਾਜੇ ਵੀ ਨੇ, ਸ਼੍ਰੀ ਕ੍ਰਿਸ਼ਨ ਜੀ ਵੀ ਇਸ ਤਰ੍ਹਾਂ ਨੇ। ਤੇ ਇਸੇ ਤਰ੍ਹਾਂ ਸੰਤ ਕਹਿੰਦੇ ਸੀ ਵੀ ਜਿਵੇਂ ਪੱਗ ਦੀ ਵੀ ਲੋੜ ਹੈ ਤੇ ਜੁੱਤੀ ਦੀ ਵੀ ਲੋੜ ਹੈ, ਦੋਨਾਂ ਦੀ ਲੋੜ ਹੈ, ਪਰ ਆਪਣੇ ਆਪਣੇ ਥਾਂ ਤੇ ਰਹਿਣ।
ਪੱਗ ਸਿਰ ਤੇ ਜੁੱਤੀ ਪੈਰਾਂ 'ਚ ਚਾਹੀਦੀ ਹੈ। ਸੰਤ ਕਹਿੰਦੇ ਹੁੰਦੇ ਹੁਣ ਜਿਹੜੀ ਰਾਜਨੀਤੀ ਚੱਲ ਰਹੀ ਹੈ, ਜਿਵੇਂ ਧਰਮ ਜਿਹੜਾ ਉਹ ਪੱਗ ਹੈ ਤੇ ਜੁੱਤੀ ਉਹ ਜੋ ਰਾਜਨੀਤੀ ਉਹ ਜੁੱਤੀ ਹੈ। ਪਰ ਕਹਿੰਦੇ ਹੁਣ ਦੇ ਜਿਹੜੇ ਨੇਤਾ ਨੇ ਨਾ, ਇਹ ਜੁੱਤੀ ਸਿਰ ਤੇ ਰੱਖੀ ਬੈਠੇ ਤੇ ਜਿਹੜੀ ਪੱਗ ਪੈਰਾਂ 'ਚ, ਵੀ ਰਾਜਨੀਤੀ ਨੂੰ ਇਹਨਾਂ ਨੇ ਚੰਗਾ ਸਮਝਿਆ ਤੇ ਧਰਮ ਨੂੰ ਨੀਵਾਂ ਸਮਝਿਆ, ਜਦੋਂ ਕਿ ਇਹ ਨਹੀਂ ਹੋਣਾ ਚਾਹੀਦਾ। ਜਿਹੜਾ ਧਰਮ ਰਾਜ ਜਿਹੜਾ ਉਹ ਧਰਮ ਦੇ ਅੰਡਰ ਹੋਣਾ ਚਾਹੀਦਾ, ਨਾ ਕਿ ਧਰਮ ਰਾਜ ਦੇ ਅੰਡਰ ਹੋਣਾ ਚਾਹੀਦਾ। ਜੀ ਬਾਬਾ ਜੀ, ਗੱਲ ਕੀਤੀ ਜਾਵੇ 6 ਜੂਨ ਦੀ, ਤਾਂ 6 ਜੂਨ ਨੂੰ ਸ਼੍ਰੀ ਦਰਬਾਰ ਸਾਹਿਬ ਵਿਖੇ ਕੀ ਹੋਇਆ ਸੀਗਾ, ਉੱਥੇ ਤੁਸੀਂ ਕੀ ਦੇਖਿਆ ਸੀ? 6 ਜੂਨ ਨੂੰ 1 ਜੂਨ ਤੋਂ ਲੈ ਕੇ 6 ਜੂਨ ਤੱਕ ਦਾ ਬਹੁਤ ਹੀ ਮਾੜਾ ਉੱਥੇ ਦਾ ਸਰਕਾਰ ਵੱਲੋਂ ਕੀਤਾ ਗਿਆ। ਸਰਕਾਰ ਨੇ ਬਹੁਤ ਜ਼ਿਆਦਾ ਮਾੜਾ ਕੀਤਾ ਜੀ। ਉਹਦੇ ਵਿੱਚ 1 ਜੂਨ ਨੂੰ CRP ਨੇ ਗੋਲੀ ਚਲਾਈ ਹੈ ਤੇ 3 ਜੂਨ ਨੂੰ ਉੱਧਰੋਂ ਗੁਰਪੁਰਬ ਸੀ, ਗੁਰੂ ਅਰਜਨ ਦੇਵ ਦਾ ਸ਼ਹੀਦੀ ਪੁਰਬ, ਤੇ 1 ਜੂਨ ਨੂੰ ਗੋਲੀਆਂ ਵੱਜੀ। ਇਹਨਾਂ ਨੇ ਹਰਿਮੰਦਰ ਸਾਹਿਬ ਵੀ ਗੋਲੀਆਂ ਵੱਜੀਆਂ ਸਨ, CRP ਨੇ ਚਲਾਈਆਂ ਸੀ। ਸਿੱਖ ਵੀ ਸ਼ਹੀਦ ਹੋਏ, ਪਰ ਆਪਣੇ ਵੱਲੋਂ ਕੋਈ ਗੋਲੀ ਨਹੀਂ ਸੀ ਚੱਲੀ ਉੱਧਰੋਂ ਜੀ। ਤੇ ਉਸ ਸਮੇਂ ਲੋਕਾਂ ਦੇ ਅੰਦਰ ਰੋਹ ਵੀ ਸੀ ਵੀ ਅਸੀਂ ਜਾ ਕੇ ਦੇਖੇ ਵੀ ਹਰਿਮੰਦਰ ਸਾਹਿਬ ਤੇ ਗੋਲੀਆਂ ਵੱਜੀਆਂ। ਉੱਧਰੋਂ ਸ਼ਹੀਦੀ ਪੁਰਬ ਸੀ, ਬਹੁਤ ਜ਼ਿਆਦਾ ਇਕੱਠ ਹੋ ਗਿਆ ਸੰਗਤਾਂ ਦਾ। ਫਿਰ ਇਹਨਾਂ ਨੇ 4 ਤਰੀਕ ਨੂੰ ਸਵੇਰੇ ਅੰਮ੍ਰਿਤ ਵੇਲੇ ਇਹਨਾਂ ਨੇ ਗੋਲਾਬਾਰੀ ਸ਼ੁਰੂ ਕੀਤੀ ਹੈ। ਅੰਧਾਧੁੰਦ ਇਹਨਾਂ ਨੇ ਗੋਲੀ ਕੀਤੀ, ਬਹੁਤ ਸਿੱਖ ਸ਼ਹੀਦ ਕੀਤੇ ਨੇ ਜੀ। ਤੇ ਸਰਕਾਰਾਂ ਦੀ ਕਾਰਗੁਜ਼ਾਰੀ ਨੂੰ ਕਿਸ ਤਰ੍ਹਾਂ ਦੇਖਦੇ ਹੋ? ਕਿਉਂਕਿ ਕਿਹਾ ਜਾ ਰਿਹਾ ਹੈ ਕਿ ਸਿੱਖ ਕੌਮ ਨੂੰ ਅਜੇ ਤੱਕ ਕੋਈ ਇਨਸਾਫ ਨਹੀਂ ਮਿਲਿਆ। ਹਾਲਾਂਕਿ ਕਾਂਗਰਸ ਦੀ ਗੱਲ ਕੀਤੀ ਜਾਵੇ ਤਾਂ ਕਾਂਗਰਸ ਵੱਲੋਂ ਆਪਣੇ ਵਿਧਾਇਕਾਂ ਦੇ ਰਿਸ਼ਤੇਦਾਰਾਂ ਪੁੱਤਰਾਂ ਨੂੰ ਨੌਕਰੀਆਂ ਦਿੱਤੀਆਂ ਜਾ ਰਹੀਆਂ ਨੇ, ਵੱਡੇ ਮੁਆਵਜ਼ੇ ਦਿੱਤੇ ਜਾ ਰਹੇ ਨੇ। ਸਿੱਖ ਕੌਮ ਨੂੰ ਸਰਕਾਰਾਂ ਨੇ ਕਦੇ ਕੁਝ ਦਿੱਤਾ ਹੈ? ਹਰ ਸਾਲ ਮਨਾਏ ਜਾਂਦੇ ਨੇ, ਸਮਾਗਮ ਮਨਾਏ ਜਾਂਦੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ। ਕੀ ਲੱਗਦਾ ਹੈ ਕਿ ਕੁਝ ਮਿਲਿਆ ਹੈ ਅੱਜ ਤੱਕ? ਇਨਸਾਫ ਦੀ ਕੋਈ ਕਿਰਨ ਜਾਗੀ ਹੈ? ਕੋਈ ਨਹੀਂ ਕਿਸੇ ਤਰ੍ਹਾਂ ਦਾ। ਮੈਂ ਬਹੁਤ ਸਾਰੇ ਪਰਿਵਾਰਾਂ ਨੂੰ, ਉਹਨਾਂ ਬੰਦਿਆਂ ਨੂੰ ਜਾਣਦਾ ਜਿਹੜੇ ਇਸ ਦੁਖਾਂਤ ਵਿੱਚ ਪੀੜਤ ਨੇ। ਕਈ ਵਿਚਾਰੇ ਦਿਹਾੜੀਆਂ ਕਰਕੇ ਗੁਜ਼ਾਰਾ ਕਰ ਰਹੇ ਨੇ ਜੀ। ਕਈਆਂ ਦਾ ਕਿਸ ਤਰ੍ਹਾਂ, ਕਿਸੇ ਦਾ ਬਹੁਤ ਦੁਖੀ ਨੇ, ਕਿਸੇ ਦੀ ਕੋਈ ਸੁਣਵਾਈ ਨਹੀਂ। ਅੰਨਾ ਮੰਡੇ ਰਿਓੜੀਆਂ ਤੇ ਮੁੜ ਮੁੜ ਆਪਣਿਆਂ ਦੇ, ਇਹ ਉਹ ਕਹਾਵਤ ਚੱਲ ਰਹੀ ਹੈ। ਆਪਣਿਆਂ ਨੂੰ ਹੀ ਸਾਰਾ ਕੁਝ ਦਿੱਤਾ ਜਾ ਰਿਹਾ, ਭਾਵੇਂ ਉਹ ਵਜ਼ੀਰੀਆਂ ਹੋਣ ਤੇ ਭਾਵੇਂ ਉਹ ਨੌਕਰੀਆਂ ਹੋਣ ਤੇ ਭਾਵੇਂ ਕੁਝ ਹੋਵੇ, ਵੀ ਦੂਜਿਆਂ ਦੀ ਕੋਈ ਸੁਣਵਾਈ ਨਹੀਂ ਜੀ। ਬਿਲਕੁਲ ਬੜਾ ਨਾ ਝੱਲਣਯੋਗ ਇਹ ਜਿਹੜਾ ਸਦਮਾ ਸੀਗਾ, ਲੱਗਿਆ ਸੀਗਾ ਸ਼੍ਰੀ ਦਰਬਾਰ ਸਾਹਿਬ ਦੇ ਉੱਤੇ ਹਮਲਾ ਹੋਇਆ ਸੀਗਾ। ਬਾਬਾ ਜੀ, ਤੁਸੀਂ ਇਸ ਸਾਰੇ ਘਟਨਾਕ੍ਰਮ ਦੇ ਉੱਤੇ ਝਾਤ ਪਾਈ, ਤੁਹਾਡਾ ਬਹੁਤ ਬਹੁਤ ਧੰਨਵਾਦ ਹੈ। ਇਹ ਸਨ ਸਾਡੇ ਨਾਲ ਬਾਬਾ ਮਨਮੋਹਨ ਸਿੰਘ ਜੀ ਬਾਰਨਵਾਲੇ, ਜਿਨ੍ਹਾਂ ਨੇ ਦੱਸਿਆ ਕਿ ਸ਼੍ਰੀ ਦਰਬਾਰ ਸਾਹਿਬ ਵਿਖੇ ਕੀ ਹੋਇਆ ਤੇ ਸੰਤ ਬਾਬਾ ਜਰਨੈਲ ਸਿੰਘ ਦੇ ਜੀਵਨ ਉੱਤੇ ਵੀ ਇਹਨਾਂ ਨੇ ਝਾਤ ਪਾਈ ਹੈ। ਅਜਿਹੀ ਸ਼ਖਸੀਅਤ ਲੈ ਕੇ ਫਿਰ ਹਾਜ਼ਰ ਹੋਵਾਂਗੇ। ਫਿਲਹਾਲ ਇਜਾਜ਼ਤ ਦਿਓ, ਧੰਨਵਾਦ। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ।